ਬਾਬਾ ਪ੍ਰੇਮ ਸਿੰਘ ਹੋਤੀ ਜੀ ਦਾ ਜੀਵਨ। ਲੇਖਕ ਭਗਤ ਸਿੰਘ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਪ੍ਰੇਮ ਸਿੰਘ ਜੀ ਪੰਜਾਬ ਸਾਹਿਤ ਦੇ ਇੱਕ ਉੱਘੇ ਅਤੇ ਸਰਵਸ਼੍ਰੇਸ਼ਠ ਜੀਵਨਕਾਰ, ਵਿਗਿਆਨਕ ਅਤੇ ਪ੍ਰਮਾਣਿਕ ਖੋਜੀ, ਇਤਿਹਾਸਕਾਰ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਉਹਨਾਂ ਨੇ 1 ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ, ਜਿਨ੍ਹਾਂ ਦੇ ਕਈ ਐਡੀਸ਼ਨ ਛਪ ਕੇ ਵੇਖ ਚੁੱਕੇ ਹਨ। ਬਾਬਾ ਜੀ ਨੇ ਆਪਣੀਆਂ ਰਚਨਾਵਾਂ ਸਿੱਖ ਧਰਮ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਹਨ। ਅੱਜ ਇਤਿਹਾਸਕ ਖੋਜ ਭਾਵੇਂ ਚੋਖੀ ਅੱਗੇ ਲੰਘ ਗਈ ਹੈ, ਪਰ ਉਹਨਾਂ ਦੀਆਂ ਪੁਸਤਕਾਂ ਬੜੇ ਸ਼ੌਂਕ ਨਾਲ ਪੜ੍ਹੀਆਂ ਜਾਂਦੀਆਂ ਹਨ। ਉਹ ਹਾਲੇ ਵੀ ਆਮ ਪਾਠਕਾਂ ਅਤੇ ਖੋਜੀਆਂ ਲਈ ਬਹੁਤ ਲਾਹੇਵੰਦ ਹਨ। ਬਾਬਾ ਜੀ ਆਪਣੇ ਸਮੇਂ ਦੇ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਸਿੱਖ ਇਤਿਹਾਸਕਾਰਾਂ ਵਿੱਚੋਂ ਹਨ ਅਤੇ ਉਹਨਾਂ ਵਿੱਚ ਆਪ ਜੀ ਦਾ ਬੜਾ ਪ੍ਰਸਿੱਧ ਸਥਾਨ ਹੈ। ਬਾਬਾ ਪ੍ਰੇਮ ਸਿੰਘ ਹੋਤੀ ਜੀ ਦਾ ਜਨਮ 2 ਨਵੰਬਰ 1882 ਨੂੰ ਹੋਤੀ ਮਰਦਾਨ, ਸੂਬਾ ਸਰਹੰਦ ਵਿੱਚ ਸਰਦਾਰ ਗੰਡਾ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ। ਬਾਬਾ ਜੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਤੋਂ 13ਵੀਂ ਪੀੜ੍ਹੀ ਵਿੱਚੋਂ ਸਨ। ਇਸ ਤਰ੍ਹਾਂ ਬਾਬਾ ਜੀ ਦੇ ਘਰਾਣੇ ਦਾ ਪਿਛੋਕੜ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਭੱਲੇ ਖਾਨਦਾਨ ਨਾਲ ਸੰਬੰਧ ਰੱਖਦਾ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉੱਤਰ ਪੱਛਮ ਵਿੱਚ ਪੇਸ਼ਾਵਰ, ਬੰਨੂ, ਡੇਰਾ ਜਾਤ ਆਦਿ ਦੇ ਇਲਾਕਿਆਂ ਉੱਤੇ ਆਪਣਾ ਅਧਿਕਾਰ ਸਥਾਪਿਤ ਕੀਤਾ, ਤਾਂ ਉਸ ਇਲਾਕੇ ਵਿੱਚ ਆਪਣੇ ਪੈਰ ਪੱਕੇ ਕਰਨ ਲਈ ਹਿੰਦੂਆਂ ਅਤੇ ਸਿੱਖਾਂ ਨੂੰ ਉੱਥੇ ਵਸਾਉਣ ਦੀ ਵਿਉਂਤ ਬਣਾਈ, ਜਿਸ ਦੇ ਫਲਸਰੂਪ ਬਹੁਤ ਸਾਰੇ ਟੱਬਰ ਆਪਣੇ ਪਿਛਲੇ ਘਰਾਂ ਨੂੰ ਛੱਡ ਕੇ ਸਰਹੱਦੀ ਇਲਾਕਿਆਂ ਵਿੱਚ ਜਾ ਵਸੇ। ਇਹਨਾਂ ਵਿੱਚੋਂ ਇੱਕ ਪਰਿਵਾਰ ਗੋਇੰਦਵਾਲ ਨਿਵਾਸੀ ਬਾਬਾ ਕਾਹਨ ਸਿੰਘ ਜੀ ਦਾ ਸੀ, ਜੋ ਬਾਬਾ ਪ੍ਰੇਮ ਸਿੰਘ ਜੀ ਦੇ ਦਾਦਾ ਜੀ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਹੋਤੀ ਮਰਦਾਨ ਵਿੱਚ ਜਾਗੀਰ ਦੇ ਕੇ ਵਸਾਇਆ। 1849 ਵਿੱਚ ਜਦੋਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ, ਤਾਂ ਬਾਬਾ ਕਾਹਨ ਸਿੰਘ ਜੀ ਦੀ ਸਾਰੀ ਜਾਗੀਰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ, ਪਰ ਹੋਤੀ ਦੇ ਨਵਾਬ ਸਰ ਬੁਲੰਦ ਖਾਂ ਨੇ ਇਹਨਾਂ ਨੂੰ ਓਨੀ ਹੀ ਜਾਗੀਰ ਦੇ ਕੇ ਆਪਣੀ ਰਿਆਸਤ ਦੀ ਨਿਜ਼ਾਮਤ ਸੌਂਪ ਦਿੱਤੀ। ਹੋਤੀ ਮਰਦਾਨ ਦਾ ਨਵਾਬ ਬਾਬਾ ਕਾਹਨ ਸਿੰਘ ਜੀ ਦੇ ਕੰਮ ਤੋਂ ਇੰਨਾ ਖੁਸ਼ ਹੋਇਆ ਕਿ ਉਹਨਾਂ ਦੀ ਮੌਤ ਤੋਂ ਬਾਅਦ ਨਵਾਬ ਨੇ ਇਹ ਨਿਜ਼ਾਮਤ ਉਹਨਾਂ ਦੇ ਸਪੁੱਤਰ ਗੰਡਾ ਸਿੰਘ ਜੀ ਦੇ ਸਪੁਰਦ ਕਰ ਦਿੱਤੀ। ਬਾਬਾ ਗੰਡਾ ਸਿੰਘ ਜੀ 1902 ਵਿੱਚ ਸਰਗਵਾਸ ਹੋ ਗਏ। ਬਾਬਾ ਗੰਡਾ ਸਿੰਘ ਜੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਕੰਮ ਉਹਨਾਂ ਦੇ ਸਪੁੱਤਰ ਬਾਬਾ ਪ੍ਰੇਮ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ, ਜੋ ਉਹਨਾਂ ਨੇ ਬਹੁਤ ਸਾਲਾਂ ਤੱਕ ਬੜੀ ਚੰਗੀ ਤਰ੍ਹਾਂ ਨਿਭਾਇਆ। ਬਾਬਾ ਜੀ ਦੇ ਬਚਪਨ ਵਿੱਚ 2 ਸ਼ਕਤੀਸ਼ਾਲੀ ਪ੍ਰਭਾਵਾਂ ਨੇ ਇਹਨਾਂ ਨੂੰ ਵਿਸ਼ੇਸ਼ ਕਰਕੇ ਟੁੰਬਿਆ। ਇਹਨਾਂ ਵਿੱਚੋਂ ਇੱਕ ਸੀ ਸਿੱਖੀ ਅਤੇ ਪੰਜਾਬੀ ਪ੍ਰਭਾਵ ਅਤੇ ਦੂਜਾ ਸੀ ਪਠਾਣੀ ਪ੍ਰਭਾਵ। ਪਹਿਲਾ ਪ੍ਰਭਾਵ ਇਹਨਾਂ ਨੇ ਆਪਣੇ ਮਾਤਾ ਪਿਤਾ, ਘਰ ਦੇ ਵਾਤਾਵਰਣ ਅਤੇ ਗੁਰਦੁਆਰੇ ਵੱਲੋਂ ਗ੍ਰਹਿਣ ਕੀਤਾ, ਅਤੇ ਦੂਜਾ ਉਸ ਇਲਾਕੇ ਦੇ ਯਾਲਵਾਜੂ, ਮਕਤਬ ਅਤੇ ਮਿੱਤਰਾਂ ਵੱਲੋਂ ਪਹਿਲੇ ਪ੍ਰਭਾਵ ਥੱਲੇ ਆਪ ਜੀ ਦਾ ਮੁੱਢਲਾ ਜੀਵਨ ਸਿੱਖੀ ਸਾਂਚੇ ਵਿੱਚ ਢਲ ਗਿਆ। ਆਪ ਜੀ ਅੰਦਰ ਪੰਜਾਬੀ ਖੂਨ ਸੀ ਅਤੇ ਆਪ ਪੰਜਾਬ ਦੀ ਬਹਾਦਰ ਕੌਮ ਵਿੱਚ ਆਪਣਾ ਜੀਵਨ ਬਤੀਤ ਕਰਦੇ ਸਨ। ਗੁਰਬਾਣੀ ਨੇ ਆਪ ਜੀ ਦੇ ਜੀਵਨ ਉੱਤੇ ਬੜਾ ਡੂੰਘਾ ਅਤੇ ਅਮਿੱਟ ਪ੍ਰਭਾਵ ਪਾਇਆ। ਦੂਜੇ ਪਾਸੇ ਆਪ ਆਪਣੇ ਇਲਾਕੇ ਦੇ ਯੂਸਫਜ਼ਈਆਂ ਦੀ ਵਿਸਮਾਦਜਨਕ ਸੁੰਦਰਤਾ ਦੇ ਡੂੰਘੇ ਪ੍ਰਸ਼ੰਸਕ, ਮਿੱਤਰਪਾਲ ਅਤੇ ਬਹਾਦਰ ਪਠਾਣਾਂ ਦਿਆਂ ਅਨੇਕ ਗੁਣਾਂ ਦੇ ਅਤੀ ਸ਼ਰਧਾਲੂ ਸਨ। ਉਹਨਾਂ ਨੇ ਯੂਸਫਜ਼ਈ ਇਲਾਕੇ ਬਾਰੇ ਪਸ਼ਤੋ ਵਿੱਚ ਬੜੀ ਸੁੰਦਰ ਕਵਿਤਾਵਾਂ ਲਿਖੀਆਂ। ਆਪ ਜੀ ਨੇ ਕਿਸੇ ਬਾਕਾਇਦਾ ਕਾਲਜ ਜਾਂ ਸਕੂਲ ਵਿੱਚ ਵਿੱਦਿਆ ਪ੍ਰਾਪਤ ਨਹੀਂ ਕੀਤੀ। ਮੁੱਢਲੀ ਵਿੱਦਿਆ ਮਕਤਬ ਅਤੇ ਗੁਰਦੁਆਰਿਆਂ ਵਿੱਚੋਂ ਹਾਸਲ ਕੀਤੀ। ਉਰਦੂ ਮਕਤਬ ਵਿੱਚੋਂ ਅਤੇ ਗੁਰਮੁਖੀ ਗੁਰਦੁਆਰੇ ਵਿੱਚੋਂ ਸਿੱਖੀ। ਆਪਣੇ ਨਿੱਜੀ ਅਧਿਐਨ ਦੇ ਸਦਕਾ ਆਪ ਨੇ ਪਸ਼ਤੋ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਸਿੱਖੀਆਂ। ਪਸ਼ਤੋ ਤਾਂ ਇੱਕ ਕਿਸਮ ਦੀ ਉਹਨਾਂ ਲਈ ਮਾਤ ਭਾਸ਼ਾ ਵਰਗੀ ਹੀ ਸੀ। ਅੰਗਰੇਜ਼ੀ ਦਾ ਉਹਨਾਂ ਕਾਫੀ ਅਧਿਐਨ ਕੀਤਾ, ਜਿਸ ਕਰਕੇ ਉਹ ਅੰਗਰੇਜ਼ੀ ਦੇ ਸਾਰੇ ਸਰੋਤ ਘੋਖਣ ਦੀ ਪੂਰੀ ਯੋਗਤਾ ਰੱਖਦੇ ਸਨ। ਪੰਜਾਬੀ ਅਤੇ ਉਰਦੂ ਦੀਆਂ ਪੁਸਤਕਾਂ ਵਾਚਣ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਔਖ ਨਹੀਂ ਸੀ। ਇਹਨਾਂ ਦੇ ਵਿਸ਼ਾਲ ਅਧਿਐਨ ਅਤੇ ਆਪਣੇ ਖਿਆਲਾਂ ਅਤੇ ਵਿਚਾਰਾਂ ਦੀ ਪਰਪੱਕਤਾ ਸਦਕਾ ਇਹਨਾਂ ਦੀ ਲਿਖਣ ਸ਼ੈਲੀ ਪੁਰਜ਼ੋਰ ਅਤੇ ਪੁਰ ਅਸਰ ਹੋ ਕੇ ਨਿਖਰੀ ਹੈ। ਇਹ ਕਦੇ ਵੀ ਵਿਹਲੇ ਨਹੀਂ ਸਨ ਬੈਠਦੇ। ਹਰ ਵੇਲਾ ਪਲ ਇਹ ਕੁਝ ਨਾ ਕੁਝ ਪੜ੍ਹਨ ਵਿੱਚ ਬਿਤਾਉਂਦੇ ਸਨ। ਜਿੱਥੇ ਉਹਨਾਂ ਨੂੰ ਪੜ੍ਹਨ ਦੀ ਅਮੋਕ ਲਗਨ ਸੀ,
ਉੱਥੇ ਉਹ ਸਦਾ ਚੰਗੀਆਂ ਕਿਤਾਬਾਂ ਇਕੱਠੀਆਂ ਕਰਨ ਵਿੱਚ ਵੀ ਲੱਗੇ ਰਹਿੰਦੇ ਸਨ। ਉਹਨਾਂ ਨੇ ਹਜ਼ਾਰਾਂ ਕਿਤਾਬਾਂ ਦੀ ਇੱਕ ਨਿੱਜੀ ਲਾਇਬ੍ਰੇਰੀ ਬਣਾ ਲਈ ਸੀ। ਡਾਕਟਰ ਗੰਡਾ ਸਿੰਘ ਜੀ ਪ੍ਰਸਿੱਧ ਇਤਿਹਾਸਕਾਰ ਦੱਸਦੇ ਹਨ ਕਿ ਇਹਨਾਂ ਦੀ ਬਾਬਾ ਜੀ ਨਾਲ ਪਹਿਲੀ ਮੁਲਾਕਾਤ ਲਾਹੌਰ ਵਿੱਚ ਇੱਕ ਕਬਾੜੀਏ ਦੀ ਦੁਕਾਨ ਉੱਤੇ ਹੋਈ ਸੀ, ਜਿੱਥੇ ਦੋਨੋਂ ਪੁਰਾਣੀਆਂ ਅਣਲੱਭ ਹੱਥ ਲਿਖਤਾਂ ਭਾਲਣ ਲਈ ਗਏ ਸਨ। ਬਾਬਾ ਜੀ ਨੇ ਲਾਹੌਰ, ਰਾਵਲਪਿੰਡੀ ਅਤੇ ਪੇਸ਼ਾਵਰ ਆਦਿ ਵਿੱਚ ਪੁਰਾਣੀਆਂ ਕਿਤਾਬਾਂ ਰੱਖਣ ਵਾਲੇ ਕਬਾੜੀਆਂ ਦੀ ਕੋਈ ਦੁਕਾਨ ਅਜਿਹੀ ਨਹੀਂ ਰਹਿਣ ਦਿੱਤੀ ਜਿਨ੍ਹਾਂ ਦਾ ਉਹਨਾਂ ਪੱਤ-ਪੱਤ ਨਾ ਫੋਲ ਦਿੱਤਾ ਹੋਵੇ। ਨਵੀਆਂ ਜਾਂ ਪੁਰਾਣੀਆਂ ਛਪੀਆਂ ਪੁਸਤਕਾਂ ਖਰੀਦਣ ਲਈ ਬਾਬਾ ਜੀ ਰਾਮਾ ਕ੍ਰਿਸ਼ਨਾ ਬੁੱਕ ਸੈਲਰਜ਼, ਅਨਾਰਕਲੀ, ਲਾਹੌਰ ਦੀ ਦੁਕਾਨ 'ਤੇ ਅਕਸਰ ਚੱਕਰ ਮਾਰਦੇ ਰਹਿੰਦੇ। ਜਦ ਕਦੇ ਵੀ ਲਾਹੌਰ ਜਾਂ ਅੰਮ੍ਰਿਤਸਰ ਵੱਲ ਆਉਂਦੇ, ਉਹ ਆਪਣੇ ਹੋਰ ਸਭ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਕਿਤਾਬਾਂ ਦੀਆਂ ਦੁਕਾਨਾਂ 'ਤੇ ਜ਼ਰੂਰ ਜਾਂਦੇ। ਇਹਨਾਂ ਦੁਕਾਨਾਂ ਉੱਤੇ ਜਾਣ ਨੂੰ ਉਹ ਇੱਕ ਜ਼ਰੂਰੀ ਯਾਤਰਾ ਸਮਝਦੇ ਸਨ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਿਤਾਬਾਂ ਦਾ ਮਾਲਕ ਵਲੀ ਅੱਲਾ ਹੁੰਦਾ ਹੈ। ਜਦੋਂ ਉਹਨਾਂ ਨੂੰ ਉਹਨਾਂ ਦੇ ਮਤਲਬ ਦੀ ਕੋਈ ਛਪੀ ਹੋਈ ਪੁਸਤਕ ਜਾਂ ਹੱਥ ਲਿਖਤ ਮਿਲ ਜਾਂਦੀ ਤਾਂ ਦੁਕਾਨਦਾਰ ਨੂੰ ਮੂੰਹ ਮੰਗੀ ਕੀਮਤ ਤੋਂ ਵੱਧ ਪੈਸੇ ਦੇ ਦਿੰਦੇ, ਤਾਂ ਜੋ ਅਗਾਂਹ ਲਈ ਅਜਿਹੇ ਗਾਹਕ ਲਈ ਆਪਣੀ ਸਮੱਗਰੀ ਸੰਭਾਲ ਕੇ ਰੱਖੇ। ਹੋਤੀ ਮਰਦਾਨ ਦੇ ਨਵਾਬ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ, ਜਿਸ ਕਰਕੇ ਉਸਨੇ ਕਾਫੀ ਵੱਡੀ ਲਾਇਬ੍ਰੇਰੀ ਬਣਾਈ ਹੋਈ ਸੀ। ਬਾਬਾ ਜੀ ਨੂੰ ਨਵਾਬ ਦੀ ਲਾਇਬ੍ਰੇਰੀ ਤੱਕ ਪੂਰੀ ਤਰ੍ਹਾਂ ਪਹੁੰਚ ਸੀ। ਜਦੋਂ ਆਪ ਜੀ ਨੇ ਹੋਤੀ ਮਰਦਾਨ ਦੀ ਨਿਜ਼ਾਮਤ ਸੰਭਾਲੀ ਤਾਂ ਇਹਨਾਂ ਦੇ ਸਿਰ 'ਤੇ ਬਹੁਤ ਸਾਰੇ ਕੰਮ ਦਾ ਭਾਰ ਆ ਪਿਆ, ਪਰ ਉਹ ਘਬਰਾਏ ਨਹੀਂ। ਉਹ ਕੰਮ ਬੜੀ ਜ਼ਿੰਮੇਵਾਰੀ ਦਾ ਸੀ। ਨਵਾਬ ਦੇ 45 ਪਿੰਡਾਂ ਦੀ ਜ਼ਮੀਨ ਦੀ ਉਪਜ ਦੀ ਵਿਕਰੀ ਦਾ ਪ੍ਰਬੰਧ, 15,000 ਰੁਪਏ ਮਾਹਵਾਰ ਕਿਰਾਏ ਦੀ ਜ਼ਮੀਨ ਦਾ ਪ੍ਰਬੰਧ, ਆਏ ਗਇਆਂ ਦੀ ਮਹਿਮਾਨ ਨਿਵਾਜੀ, ਵਿਆਹ ਸ਼ਾਦੀ ਦਾ ਇੰਤਜ਼ਾਮ ਅਤੇ ਸਭ ਖਰਚਾਂ ਦਾ ਲੇਖਾ ਪੱਤਾ ਰੱਖਣਾ ਭਾਰੀ ਜ਼ਿੰਮੇਵਾਰੀ ਦੇ ਕੰਮ ਸਨ। 1908-9 ਈਸਵੀ ਵਿੱਚ ਗੁਜਰਾਂਵਾਲੇ ਵਿੱਚ ਪਹਿਲੀ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ। ਇਸ ਸਮੇਂ ਭਾਈ ਵੀਰ ਸਿੰਘ ਜੀ ਨਾਲ ਇਹਨਾਂ ਦਾ ਪਹਿਲੀ ਵਾਰ ਮੇਲ ਹੋਇਆ। ਬਾਬਾ ਜੀ ਨੇ ਕਾਨਫਰੰਸ ਦੀ ਸਮਾਪਤੀ ਤੋਂ ਪਿੱਛੋਂ ਭਾਈ ਵੀਰ ਸਿੰਘ ਨੂੰ ਬਾਰਕਜ਼ਈਆਂ ਅਤੇ ਯੂਸਫਜ਼ਈਆਂ ਦਾ ਉਹ ਮਨਮੋਹਕ ਅਤੇ ਅਦੁੱਤੀ ਇਲਾਕਾ ਦਿਖਾਇਆ, ਜਿਸ ਤੋਂ ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਸਨ। ਇਸ ਇਲਾਕੇ ਵਿੱਚ ਅਕਾਲੀ ਫੂਲਾ ਸਿੰਘ ਦੀ ਸਮਾਧ ਵੀ ਵਿਖਾਈ ਤੇ ਹੋਰ ਕਈ ਪੁਰਾਤਨ ਸਮੇਂ ਦੀਆਂ ਪ੍ਰਸਿੱਧ ਅਤੇ ਇਤਿਹਾਸਕ ਥਾਵਾਂ ਵੀ ਵਿਖਾਈਆਂ। ਭਾਈ ਸਾਹਿਬ ਇਹਨਾਂ ਇਲਾਕਿਆਂ ਦੀ ਯਾਤਰਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਇਸ ਇਲਾਕੇ ਦਾ ਸਾਰਾ ਇਤਿਹਾਸ ਸਮੁੱਚੇ ਤੌਰ 'ਤੇ ਲਿਖਿਆ ਜਾਣਾ ਚਾਹੀਦਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਸਭ ਮਹੱਤਵਪੂਰਨ ਲੜਾਈਆਂ ਇਸ ਇਲਾਕੇ ਵਿੱਚ ਹੀ ਲੜੀਆਂ ਗਈਆਂ ਸਨ। ਭਾਈ ਸਾਹਿਬ ਨੇ ਇਹਨਾਂ ਬਹੁਮੁੱਲੀਆਂ ਇਤਿਹਾਸਕ ਥਾਵਾਂ ਨਾਲ ਸੰਬੰਧਿਤ ਲੋੜੀਂਦੀ ਸਮੱਗਰੀ ਇਕੱਠੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਹ ਗੱਲ ਬਾਬਾ ਜੀ ਦੇ ਮਨ ਵਿੱਚ ਉਸ ਵੇਲੇ ਹੀ ਵਸ ਗਈ ਤੇ ਉਹਨਾਂ ਨਿਸ਼ਚਾ ਕਰ ਲਿਆ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਉਹ ਸਿਰ ਤੋੜ ਯਤਨ ਕਰਨਗੇ ਤੇ ਉਹ ਆਪਣੇ ਇਸ ਔਖੇ ਕਾਰਜ ਵਿੱਚ ਜੁਟ ਗਏ। ਭਾਈ ਵੀਰ ਸਿੰਘ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਇਹ ਸਭ ਕੁਝ ਪੰਜਾਬੀ ਵਿੱਚ ਲਿਖਿਆ ਜਾਵੇ। ਬਾਬਾ ਜੀ ਨੇ ਉੱਤਰ ਦਿੱਤਾ ਕਿ ਪਸ਼ੌਰੀਆਂ ਪਠਾਨ ਕਿੱਥੇ ਤੇ ਪੰਜਾਬੀ ਕਿੱਥੇ। ਨਾਲ ਹੀ ਕਿਹਾ, ਦੇਖੋ ਸਾਈਂ ਭਲਾ ਕਰੇਗਾ। ਐਜੂਕੇਸ਼ਨਲ ਕਾਨਫਰੰਸ ਤੋਂ ਪ੍ਰਭਾਵਿਤ ਹੋ ਕੇ ਬਾਬਾ ਜੀ ਨੇ ਗੁਰਮੁਖੀ ਵਿਦਿਆ ਦਾ ਪ੍ਰਚਾਰ ਅਤੇ ਆਪ ਸਭ ਕੁਝ ਪੰਜਾਬੀ ਵਿੱਚ ਲਿਖਣ ਦਾ ਪ੍ਰੋਗਰਾਮ ਬਣਾ ਲਿਆ। ਯੂਸਫਜ਼ਈਆਂ ਦੇ ਇਲਾਕੇ ਵਿੱਚ ਸਥਿਤ ਬੁੱਤ, ਸ਼ਿਲਾਲੇਖ, ਸਤੂਪ, ਵਿਦਿਆਲੇ, ਮੰਦਰ, ਮਸੀਤਾਂ, ਕਿਲੇ ਤੇ ਖੰਡਰ ਯੂਸਫਜ਼ਈਆਂ ਦਾ ਅਮੀਰ ਵਿਰਸਾ ਹਨ। ਅਜਿਹੇ ਇਤਿਹਾਸਕ ਆਲੇ ਦੁਆਲੇ ਵਿੱਚ ਵਸਣ ਵਾਲੇ ਬਾਬਾ ਪ੍ਰੇਮ ਸਿੰਘ ਜੀ ਦੇ ਮਨ 'ਤੇ ਭਾਈ ਵੀਰ ਸਿੰਘ ਦੇ ਸੁਝਾਵਾਂ ਨੇ ਜੋ ਤੁਰੰਤ ਅਸਰ ਕੀਤਾ, ਉਸ ਵਿੱਚ ਕੋਈ ਅਚਰਜਤਾ ਨਹੀਂ। ਬਾਬਾ ਜੀ ਦੀ ਵਿਸ਼ੇਸ਼ ਦਿਲਚਸਪੀ ਸਿੱਖ ਇਤਿਹਾਸ ਤੱਕ ਸੀਮਤ ਸੀ। ਇਸ ਲਈ ਉਹਨਾਂ ਨੇ ਆਪਣੇ ਇਲਾਕੇ ਵਿੱਚੋਂ ਉਹ ਮਸਾਲਾ ਇਕੱਠਾ ਕਰਨ ਵੱਲ ਬਹੁਤ ਧਿਆਨ ਦਿੱਤਾ, ਜਿਸ ਦਾ ਸਿੱਖ ਰਾਜ ਦੇ ਸਮੇਂ ਨਾਲ ਸਿੱਧਾ ਸੰਬੰਧ ਸੀ। ਪਸ਼ਤੋ ਦੀਆਂ ਅਣਛਪੀਆਂ ਕਿਤਾਬਾਂ, ਗੀਤ, ਅਖੌਤਾਂ ਤੇ ਬਿਰਧਾਂ ਦੇ ਜ਼ਬਾਨੀ ਬਿਆਨ ਇਹਨਾਂ ਨੂੰ ਪ੍ਰਾਪਤ ਸਨ। ਸੰਬੰਧਿਤ ਥਾਵਾਂ 'ਤੇ ਜਾ ਕੇ ਆਪ ਜੀ ਨੇ ਪੜਤਾਲ ਕੀਤੀ ਤੇ ਅੰਗਰੇਜ਼ੀ ਅਤੇ ਉਰਦੂ ਆਦਿ ਵਿੱਚ ਮਿਲਦੀ ਇਤਿਹਾਸਕ ਸਮੱਗਰੀ ਦੀ ਛਾਣਬੀਣ ਕਰਕੇ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਕਾਨਫਰੰਸ ਦੇ ਅਸਰ ਅਧੀਨ ਇਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਵਿੱਚ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ। 1909 ਤੋਂ ਲੈ ਕੇ 1947 ਤੱਕ ਆਪ ਬਿਨਾਂ ਨਾਗਾ ਹੋਤੀ ਮਰਦਾਨ ਦੇ ਗੁਰਦੁਆਰੇ ਸਿੰਘ ਸਭਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ।
ਹੋਤੀ ਮਰਦਾਨ ਵਿੱਚ ਹੁੰਦਿਆਂ ਉਹ ਕਦੇ ਵੀ ਗੁਰਦੁਆਰੇ ਜਾ ਕੇ ਕਥਾ ਕਰਨ ਵਿੱਚ ਨਾਗਾ ਨਾ ਪਾਉਂਦੇ। ਬਾਬਾ ਜੀ ਦੇ ਬੜੇ ਸੁਪੁੱਤਰ ਸਰਦਾਰ ਮਨਮੋਹਨ ਸਿੰਘ ਜੀ ਦੇ ਕਥਨ ਅਨੁਸਾਰ ਜਦੋਂ ਬਾਬਾ ਜੀ ਦੇ ਸੁਪੁੱਤਰ ਤਰਲੋਕ ਸਿੰਘ ਦੀ 15-16 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ ਤੇ ਉਹਨਾਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਉੱਤੇ ਚਾਦਰ ਪਾਈ ਤੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਜੋ ਅਕਾਲ ਪੁਰਖ ਨੂੰ ਮਨਜ਼ੂਰ ਸੀ ਉਹ ਤਾਂ ਭਾਣਾ ਵਰਤ ਗਿਆ ਹੈ, ਹੁਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਨਿੱਤ ਦੀ ਸੇਵਾ ਕਰਨੀ ਜ਼ਰੂਰੀ ਹੈ। ਬਾਬਾ ਜੀ ਆਪਣੀ ਪਤਨੀ ਨੂੰ ਨਾਲ ਲੈ ਕੇ ਗੁਰਦੁਆਰੇ ਚਲੇ ਗਏ ਤੇ ਉੱਥੇ ਜਾ ਕੇ ਨਿੱਤ ਦੀ ਤਰ੍ਹਾਂ ਕਥਾ ਕੀਤੀ ਤੇ ਪਿੱਛੋਂ ਅਰਦਾਸ ਕਰਨ ਉਪਰੰਤ ਸੰਗਤ ਨੂੰ ਦੱਸਿਆ ਕਿ ਉਹਨਾਂ ਹੁਣ ਜਾ ਕੇ ਬੱਚੇ ਦਾ ਸੰਸਕਾਰ ਕਰਨਾ ਹੈ ਤੇ ਅਕਾਲ ਪੁਰਖ ਦੀ ਅਮਾਨਤ ਉਸ ਨੂੰ ਸੌਂਪਣੀ ਹੈ। ਇਸ ਕਾਰਜ ਲਈ ਸਭ ਨੇ ਚੱਲਣਾ ਹੈ। ਬਾਬਾ ਜੀ ਦੇ ਮਨ ਦੀ ਅਡੋਲ ਤੇ ਟਿਕੀ ਹੋਈ ਅਵਸਥਾ ਦੀ ਇਹ ਇੱਕ ਉਦਾਹਰਣ ਹੈ। ਗੁਰਮਤਿ ਦੇ ਪ੍ਰਚਾਰ ਦੇ ਪ੍ਰੋਗਰਾਮ ਵਜੋਂ ਬਾਬਾ ਜੀ ਨੇ ਗੁਰਮਤਿ ਅਨੁਸਾਰ ਵਿਆਹ ਕਰਾਉਣ ਦੀ ਲਹਿਰ ਤੋਰੀ। ਇਹਨਾਂ ਦਾ ਆਪਣਾ ਅਨੁਮਾਨ ਸੀ ਕਿ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਆਹ ਪੜ੍ਹਾਏ ਹੋਣਗੇ। ਆਨੰਦ ਕਾਰਜ ਕਰਾਉਣ ਵਿੱਚ ਉਹ ਕਿੰਨੇ ਕੁ ਨਿਪੁੰਨ ਹੋ ਗਏ ਸਨ, ਇਸ ਦਾ ਅੰਦਾਜ਼ਾ ਇੱਕ ਨਿੱਕੀ ਜਿਹੀ ਵਾਰਤਾ ਤੋਂ ਲੱਗ ਜਾਂਦਾ ਹੈ। ਇੱਕ ਵਾਰ ਬਾਬਾ ਜੀ ਨੇ ਰਿਸਾਲਪੁਰ ਵਿੱਚ ਇੱਕ ਆਨੰਦ ਕਾਰਜ ਕਰਵਾਇਆ। ਉਸ ਵਿਆਹ 'ਤੇ ਸਰਦਾਰਨੀ ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਹਾਜ਼ਰ ਸਨ। ਆਨੰਦ ਕਾਰਜ ਸਮਾਪਤ ਹੋਣ ਉਪਰੰਤ ਸਰਦਾਰ ਗੁਰਬਖਸ਼ ਸਿੰਘ ਨੇ ਬਾਬਾ ਜੀ ਨੂੰ ਸੰਬੋਧਨ ਕਰਕੇ ਕਿਹਾ, ਸਾਰੇ ਮਿੱਤਰ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਸ ਵਿਆਹ ਦਾ ਬੇਅੰਤ ਸਵਾਦ ਆਇਆ ਹੈ। ਜੇ ਵਿਆਹ ਇਸੇ ਤਰ੍ਹਾਂ ਹੀ ਪੜ੍ਹਾਇਆ ਜਾਣਾ ਹੈ ਤਾਂ ਮੇਰਾ ਜੀ ਕਰਦਾ ਹੈ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਕਿ ਮੇਰਾ ਵਿਆਹ ਹੁਣੇ ਸਰਦਾਰਨੀ ਜੀ ਨਾਲ ਦੁਬਾਰਾ ਪੜ੍ਹਾ ਦੇਣ। ਬਾਬਾ ਜੀ ਸਦਾ ਹੀ ਧਾਰਮਿਕ ਕੰਮਾਂ ਵਿੱਚ ਬਹੁਤ ਦਿਲਚਸਪੀ ਲੈਂਦੇ ਰਹੇ। ਅਕਸਰ ਧਾਰਮਿਕ ਤੇ ਸਿੱਖ ਇਤਿਹਾਸਕ ਮਾਮਲਿਆਂ ਸੰਬੰਧੀ ਮਤਭੇਦਾਂ ਦੀ ਹਾਲਤ ਵਿੱਚ ਆਪ ਜੀ ਦੀ ਰਾਏ ਮੰਗੀ ਜਾਂਦੀ ਸੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹਿਤ ਮਰਜ਼ਾਦਾ ਬਾਰੇ ਬਹੁਤ ਸਾਰੀਆਂ ਗੱਲਾਂ ਨੂੰ ਸਪਸ਼ਟ ਰੂਪ ਵਿੱਚ ਵਰਣਨ ਕਰਨ ਲਈ 5 ਸਦੱਸਤਾਂ ਦੀ ਇੱਕ ਰਹਿਤਨਾਮਾ ਕਮੇਟੀ ਬਣਾਈ ਤਾਂ ਭਾਈ ਜੋਧ ਸਿੰਘ, ਭਾਈ ਅਰਜਨ ਸਿੰਘ ਬਾਗੜੀਆਂ ਆਦਿ ਤੋਂ ਇਲਾਵਾ ਬਾਬਾ ਜੀ ਵੀ ਉਸ ਕਮੇਟੀ ਦੇ ਮੈਂਬਰ ਸਨ। ਬਾਬਾ ਜੀ ਸਿੱਖਾਂ ਅਤੇ ਸਹਿਜਧਾਰੀ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਉਣ ਦਾ ਕਾਰਜ ਬੜੀ ਡੂੰਘੀ ਲਗਨ ਨਾਲ ਉਮਰ ਭਰ ਕਰਦੇ ਰਹੇ। ਹਜ਼ਾਰਾਂ ਆਦਮੀਆਂ ਨੇ ਉਹਨਾਂ ਹੱਥੋਂ ਅੰਮ੍ਰਿਤ ਛਕਿਆ ਹੋਵੇਗਾ। ਆਪ ਮੁੱਦਤਾਂ ਤੱਕ ਚੀਫ ਖਾਲਸਾ ਦੀਵਾਨ ਦੇ ਮੈਂਬਰ ਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਪ੍ਰਬੰਧਕਾਂ ਵਿੱਚੋਂ ਬੜੇ ਸਰਗਰਮ ਮੈਂਬਰ ਰਹੇ। ਬਾਬਾ ਜੀ ਬਹੁਤ ਚਿਰ ਤੱਕ ਹੋਤੀ ਮਰਦਾਨ ਦੇ ਮਿਊਨਿਸਪਲ ਕਮਿਸ਼ਨਰ ਵੀ ਰਹੇ। ਆਪ ਹੋਤੀ ਮਰਦਾਨ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਖਾਲਸਾ ਸਕੂਲਾਂ ਦੇ ਪ੍ਰਧਾਨ ਰਹੇ, ਜਿੱਥੇ ਹੋਰ ਪੜ੍ਹਾਈ ਤੋਂ ਇਲਾਵਾ ਪੰਜਾਬੀ ਅਤੇ ਗੁਰਮਤਿ ਦੇ ਪ੍ਰਚਾਰ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਬਾਬਾ ਜੀ ਆਪਣੇ ਜ਼ਮਾਨੇ ਵਿੱਚ ਸਿੱਖ ਪੰਥ ਵਿੱਚ ਸਿਖਰ ਦੇ ਉੱਘੇ ਵਿਅਕਤੀਆਂ ਵਿੱਚੋਂ ਸਨ। ਸਿੱਖ ਮਤ ਅਤੇ ਸਿੱਖ ਇਤਿਹਾਸ ਦੀ ਉੱਨਤੀ ਲਈ ਸਥਾਪਿਤ ਲਗਭਗ ਸਭ ਸੰਸਥਾਵਾਂ ਨਾਲ ਆਪ ਸੰਬੰਧਿਤ ਰਹੇ। ਬਾਬਾ ਜੀ 1939 ਵਿੱਚ ਸਿੱਖ ਹਿਸਟਰੀ ਸੁਸਾਇਟੀ ਦੇ ਪਹਿਲੇ ਪ੍ਰਧਾਨ ਸਥਾਪਿਤ ਕੀਤੇ ਗਏ ਸਨ। ਉਹਨਾਂ ਨੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਸਦਾ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਨੇ ਅਣਗਿਣਤ ਲੋਕਾਂ ਨੂੰ ਸ਼ਰਾਬ ਪੀਣ ਵਰਗੀ ਲਾਹਨਤ ਤੋਂ ਛੁਟਕਾਰਾ ਦਿਵਾਇਆ। ਆਪ ਆਪਣੇ ਪਿਤਾ ਜੀ ਮੌਤ ਤੋਂ ਬਾਅਦ 1902 ਤੋਂ 1947 ਤੱਕ ਨਵਾਬ ਹੋਤੀ ਮਰਦਾਨ ਦੇ ਮੁਖਤਾਰ ਵਜੋਂ ਭਾਰੀ ਜ਼ਿੰਮੇਵਾਰੀਆਂ ਤੋਂ ਸਮਾਂ ਕੱਢ ਕੇ ਇਹ ਸਭ ਕੰਮ ਕਰਦੇ ਰਹੇ। ਬਾਬਾ ਜੀ ਉੱਤੇ ਨਵਾਬ ਦਾ ਇੰਨਾ ਡੂੰਘਾ ਇਤਬਾਰ ਸੀ ਕਿ ਹਰ ਨਿੱਜੀ ਕੰਮ ਲਈ ਵੀ ਇਹਨਾਂ ਦੀ ਸਲਾਹ ਲਈ ਜਾਂਦੀ ਸੀ। ਜਦੋਂ ਨਵਾਬ ਮੁਹੰਮਦ ਅਕਬਰ ਨੇ ਕਾਬਲ ਵਿੱਚ ਆਪਣਾ ਦੂਜਾ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਉਹ ਆਪ ਤਾਂ ਉੱਥੇ ਨਹੀਂ ਗਿਆ, ਉਸ ਨੇ ਬਾਬਾ ਜੀ ਨੂੰ ਆਪਣੀ ਤਲਵਾਰ ਤੇ ਦਸਤਾਰ ਦੇ ਕੇ ਭੇਜਿਆ। ਬਾਬਾ ਜੀ ਉਸੇ ਨਾਲ ਵਿਆਹ ਕਰਕੇ ਨਵਾਬ ਦੀ ਬਣੀ ਦੂਜੀ ਪਤਨੀ ਨੂੰ ਕਾਬਲ ਤੋਂ ਹੋਤੀ ਮਰਦਾਨ ਲੈ ਆਏ। ਜਦੋਂ 1938 ਵਿੱਚ ਮਹਾਰਾਜਾ ਯਾਦਵਿੰਦਰਾ ਸਿੰਘ ਦੀ ਗੱਦੀ ਨਸ਼ੀਨੀ ਦੀ ਰਸਮ ਹੋਈ ਤਾਂ ਉਸ ਵਿੱਚ ਭਾਗ ਲੈਣ ਲਈ ਬਾਬਾ ਜੀ ਨਵਾਬ ਦੇ ਨਾਲ ਪਟਿਆਲੇ ਆਏ ਅਤੇ ਇੱਥੇ ਨਵਾਬ ਦੇ ਨਾਲ ਬਾਬਾ ਜੀ ਨੂੰ ਵੀ ਬੜਾ ਆਦਰ ਮਿਲਿਆ। 1947 ਵਿੱਚ ਦੇਸ਼ ਦੀ ਵੰਡ ਹੋਣ ਸਮੇਂ ਬਾਬਾ ਜੀ ਪੂਰਬੀ ਪੰਜਾਬ ਵਿੱਚ ਆ ਗਏ ਤੇ 1949 ਤੱਕ ਸ਼ਿਮਲੇ ਵਿੱਚ ਰਹੇ। ਉੱਥੇ ਉਹ ਕੁਝ ਸਮਾਂ ਪਟਿਆਲਾ ਹਾਊਸ ਵਿੱਚ ਤੇ ਕੁਝ ਸਮਾਂ ਬਾਗੜੀਆਂ ਹਾਊਸ ਵਿੱਚ ਰਹੇ। 1949 ਵਿੱਚ ਪਟਿਆਲੇ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਬਾਬਾ ਜੀ ਨੂੰ
ਪਟਿਆਲੇ ਲੈ ਆਏ। ਪੈਪਸੂ ਸਰਕਾਰ ਨੇ ਇਹਨਾਂ ਨੂੰ ਗੁਜ਼ਾਰੇ ਲਈ ਪੰਜੌਰ ਦੇ ਲਾਗੇ ਅਬਦੁੱਲਾਪੁਰ ਵਿੱਚ ਭਾਰੀ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ, ਜੋ ਬਾਬਾ ਜੀ ਨੇ ਪ੍ਰਵਾਨ ਨਹੀਂ ਕੀਤੀ। ਬਾਬਾ ਜੀ ਨੇ ਹੋਤੀ ਮਰਦਾਨ ਵਿੱਚ ਰਹਿੰਦਿਆਂ ਚੋਖੀ ਤਗੜੀ ਨਿੱਜੀ ਲਾਇਬ੍ਰੇਰੀ ਬਣਾ ਲਈ ਸੀ, ਜਿਸ ਵਿੱਚ ਅੰਗਰੇਜ਼ੀ, ਫਾਰਸੀ, ਉਰਦੂ, ਪੰਜਾਬੀ ਅਤੇ ਹਿੰਦੀ ਵਿੱਚ ਰਚੀਆਂ ਕਿਤਾਬਾਂ ਅਤੇ ਹੱਥ ਲਿਖਤਾਂ ਸਨ। ਨਵਾਬ ਨੂੰ ਇਤਿਹਾਸਕ ਮਹੱਤਵ ਦੀਆਂ ਕਿਤਾਬਾਂ, ਭਾਵੇਂ ਉਹ ਕਿਸੇ ਕੀਮਤ 'ਤੇ ਵੀ ਮਿਲਣ, ਪ੍ਰਾਪਤ ਕਰਨ ਦਾ ਬੜਾ ਸ਼ੌਂਕ ਸੀ। ਨਵਾਬ ਦੇ ਕਾਤਬ ਰਾਮਪੁਰ, ਬਾਂਕੀਪੁਰ ਆਦਿ ਲਾਇਬ੍ਰੇਰੀਆਂ ਵਿੱਚ ਬੈਠੇ ਦੁਰਲੱਭ ਹੱਥ ਲਿਖਤਾਂ ਨੂੰ ਨਕਲ ਕਰਦੇ ਰਹਿੰਦੇ ਸਨ। ਬਹੁਤ ਵਾਰੀ ਬਾਬਾ ਜੀ ਆਪਣੇ ਲਈ ਅਸਲ ਜਾਂ ਨਕਲ ਦੇ ਵੱਖਰੇ ਨੁਸਖਿਆਂ ਦਾ ਵੀ ਪ੍ਰਬੰਧ ਕਰ ਲੈਂਦੇ ਸਨ। ਜਦ ਇੱਕ ਵਾਰ ਮਹਾਰਾਜਾ ਯਾਦਵਿੰਦਰਾ ਸਿੰਘ ਨਵਾਬ ਨੂੰ ਮਿਲਣ ਹੋਤੀ ਮਰਦਾਨ ਗਏ ਤਾਂ ਉਹ ਬਾਬਾ ਜੀ ਦੇ ਘਰ ਵੀ ਗਏ ਤੇ ਇਹਨਾਂ ਦੀ ਆਪਣੀ ਲਾਇਬ੍ਰੇਰੀ ਦੇਖ ਕੇ ਬੜੇ ਪ੍ਰਭਾਵਿਤ ਹੋਏ। 1947 ਵਿੱਚ ਇੱਧਰ ਆਉਣ ਲੱਗਿਆਂ ਉਹ ਬਹੁਤ ਸਾਰੀਆਂ ਚੋਣਵੀਆਂ ਕਿਤਾਬਾਂ ਆਪਣੇ ਨਾਲ ਲੈ ਆਏ ਸਨ। ਇਸ ਕੰਮ ਵਿੱਚ ਪਟਿਆਲਾ ਸਰਕਾਰ ਵੱਲੋਂ ਉਹਨਾਂ ਨੂੰ ਮਦਦ ਮਿਲੀ ਸੀ। 1937-38 ਦੇ ਕਰੀਬ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਕਈ ਸਾਰੀਆਂ ਹੋਰ ਅਣਮੁੱਲੀਆਂ ਚੀਜ਼ਾਂ ਤੋਂ ਇਲਾਵਾ ਬਾਬਾ ਜੀ ਪਾਸ 1840 ਅਣਲੱਭ ਅਤੇ ਅਣਮੁੱਲੀਆਂ ਪੁਸਤਕਾਂ ਸਨ, ਜਿਨ੍ਹਾਂ ਤੋਂ ਇਲਾਵਾ ਪੰਜਾਬੀ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਵਿੱਚ ਲਿਖੀਆਂ 130 ਹੱਥ ਲਿਖਤਾਂ ਸਨ। ਇਸ ਖਬਰ ਦੀ ਕਟਿੰਗ ਬਾਬਾ ਜੀ ਦੇ ਰਿਕਾਰਡ ਵਿੱਚ ਲੱਗੀ ਹੋਈ ਹੈ ਤੇ ਉਸ ਦੇ ਉੱਪਰ ਉਹਨਾਂ ਨੇ ਆਪਣੇ ਹੱਥ ਨਾਲ ਲਿਖਿਆ ਹੋਇਆ ਹੈ, ਮੇਰੀਆਂ ਇਤਿਹਾਸਕ ਪੁਸਤਕਾਂ ਅਤੇ ਹੋਰ ਇਕੱਠੀਆਂ ਕੀਤੀਆਂ ਅਮੋਲ ਚੀਜ਼ਾਂ ਦਾ ਅੰਗਰੇਜ਼ੀ ਵਿੱਚ ਛਪਿਆ ਵੇਰਵਾ ਹੇਠ ਲਿਖੇ ਅਨੁਸਾਰ ਹੈ। 1949 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀਵਾਨ ਆਨੰਦ ਕੁਮਾਰ ਤੇ ਯੂਨੀਵਰਸਿਟੀ ਦੇ ਇੱਕ ਉੱਘੇ ਕਰਮਚਾਰੀ ਸ੍ਰੀ ਬੋਧ ਰਾਜ ਮਲਹੋਤਰਾ ਦੀ ਬੇਨਤੀ ਸਦਕੇ ਬਾਬਾ ਜੀ ਨੇ ਕੋਈ 1,500 ਅਣਲੱਭ ਪੁਸਤਕਾਂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤੀਆਂ। ਉਹਨਾਂ ਦੀ ਲਾਇਬ੍ਰੇਰੀ ਦੀਆਂ ਬਾਕੀ ਸਭ ਪੁਸਤਕਾਂ ਉਹਨਾਂ ਦੇ ਮਰਨ ਉਪਰੰਤ ਉਹਨਾਂ ਦੇ ਵੱਡੇ ਸੁਪੁੱਤਰ ਸਰਦਾਰ ਮਨਮੋਹਨ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੱਤੀਆਂ। ਆਪ ਜੀ ਨੂੰ ਪੁਰਾਤਨ ਕਾਲ, ਮੁਗਲ ਰਾਜ ਅਤੇ ਸਿੱਖ ਰਾਜ ਨਾਲ ਸੰਬੰਧਿਤ ਸਿੱਕੇ ਅਤੇ ਮੂਰਤੀਆਂ ਇਕੱਠੀਆਂ ਕਰਨ ਦਾ ਬੜਾ ਸ਼ੌਂਕ ਸੀ। ਬਾਬਾ ਜੀ ਪਾਸ ਸਿੱਖ ਰਾਜ ਸਮੇਂ ਦੇ 60 ਸਿੱਕੇ ਅਤੇ ਉਸ ਸਮੇਂ ਦੀਆਂ ਬਣੀਆਂ 200 ਤਸਵੀਰਾਂ ਸਨ। ਉਹ ਸਭ ਸਿੱਕੇ ਉਹਨਾਂ ਨੇ ਪੰਜਾਬ ਸਟੇਟ ਆਰਕਾਈਵਜ਼ ਪਟਿਆਲਾ ਨੂੰ ਦੇ ਦਿੱਤੇ। ਉਹਨਾਂ ਨੇ ਕੁਝ ਮੂਰਤੀਆਂ ਪੰਜਾਬੀ ਯੂਨੀਵਰਸਿਟੀਆਂ ਨੂੰ ਵੀ ਦਿੱਤੀਆਂ। ਇਹ ਮੂਰਤੀਆਂ ਪੁਰਾਤਨ ਕਾਲ ਨਾਲ ਸੰਬੰਧਿਤ ਰੱਖਦੀਆਂ ਸਨ। ਉਹਨਾਂ ਨੇ ਇਹ ਹੋਤੀ ਮਰਦਾਨ ਦੇ ਇਰਦ ਗਿਰਦ ਦੇ ਇਲਾਕਿਆਂ ਵਿੱਚੋਂ ਪ੍ਰਾਪਤ ਕੀਤੀਆਂ ਸਨ। ਸੰਭਵ ਹੈ ਕਿ ਇਹ ਮੂਰਤੀਆਂ ਗੰਧਾਰਾ ਮੂਰਤੀ ਕਲਾ ਦੀ ਉਪਜ ਹੋਣ। ਆਪ ਜੀ ਦੀਆਂ ਬਹੁਪੱਖੀ ਅਤੇ ਅਮੁੱਲ ਘਾਲਾਂ ਸਦਕੇ 1952 ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਆਪ ਜੀ ਨੂੰ ਪੁਰਸਕਾਰ ਤੇ ਸਰੂਪਾ ਦੇ ਕੇ ਸਨਮਾਨਿਆ ਤੇ ਸਤਿਕਾਰਿਆ ਸੀ। ਬਾਬਾ ਜੀ ਬੜੇ ਪ੍ਰਭਾਵੀ ਵਕਤਾ ਸਨ ਤੇ ਹਰ ਤਰ੍ਹਾਂ ਦੇ ਧਾਰਮਿਕ ਤੇ ਸਿੱਖ ਇਤਿਹਾਸਕ ਸਮਾਗਮਾਂ ਵਿੱਚ ਇਹਨਾਂ ਦੇ ਭਾਸ਼ਣ ਅਕਸਰ ਹੁੰਦੇ ਰਹਿੰਦੇ ਸਨ। ਰੇਡੀਓ ਤੋਂ ਵੀ ਇਹਨਾਂ ਦੇ ਭਾਸ਼ਣ ਪ੍ਰਸਾਰਿਤ ਹੁੰਦੇ ਸਨ। ਬਾਬਾ ਜੀ ਸੁਭਾਅ ਵਜੋਂ ਖੁੱਲ੍ਹਦਿਲੇ, ਹਮਦਰਦ ਤੇ ਨਰਮ ਤਬੀਅਤ ਦੇ ਸਨ। ਜੀਵਨ ਦੇ ਕਿਸੇ ਪੱਖ ਵਿੱਚ ਵੀ ਅਨੁਸ਼ਾਸਨਹੀਣਤਾ ਨੂੰ ਪਸੰਦ ਨਹੀਂ ਸਨ ਕਰਦੇ। ਘਰ ਦਾ ਪਰਿਵਾਰ ਜਾਂ ਇਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਇੱਕ ਸ਼ੁੱਧ ਜੀਵਨ ਜਾਚ ਵਿੱਚ ਬੱਝੇ ਰਹਿੰਦੇ ਸਨ ਤੇ ਪ੍ਰਮਾਣਿਤ ਜੀਵਨ ਨਿਯਮਾਂ ਦੀਆਂ ਉਲੰਘਣਾ ਕਰਨ ਦੀ ਕੋਈ ਦਲੇਰੀ ਨਹੀਂ ਸੀ ਕਰਦਾ। ਬਾਬਾ ਜੀ 72 ਸਾਲ ਦੀ ਉਮਰ ਤੱਕ ਜੀਵਤ ਰਹੇ ਤੇ ਆਖਰ ਤੱਕ ਉਹਨਾਂ ਦਾ ਕੱਦ ਬਿਲਕੁਲ ਸਿੱਧਾ, ਦੰਦ ਕੁਦਰਤੀ, ਹਾਜ਼ਮਾ ਬਿਲਕੁਲ ਠੀਕ, ਸਰੀਰ ਰਿਸ਼ਟ-ਪੁਸ਼ਟ ਤੇ ਚਿਹਰਾ ਜੋਤਮਈ ਰਿਹਾ। ਅਜਿਹਾ ਸਭ ਕੁਝ ਸ਼ਾਇਦ ਉਮਰ ਭਰ ਉਹਨਾਂ ਦੀ ਸੰਕੋਚ ਨਾਲ ਖਾਣ ਤੇ ਖੁੱਲ੍ਹੇ ਮਾਹੌਲ ਵਿੱਚ ਪੈਦਾ ਹੋਣ ਤੇ ਪਲਣ ਤੇ ਖੇਡਾਂ ਆਦਿ ਵਿੱਚ ਕਾਫੀ ਹਿੱਸਾ ਲੈਣ ਕਰਕੇ ਸੀ। ਜਵਾਨੀ ਵਿੱਚ ਉਹਨਾਂ ਨੇ ਖਿਡਾਰੀ ਦੇ ਤੌਰ 'ਤੇ ਵੀ ਬੜਾ ਨਾਮ ਪੈਦਾ ਕੀਤਾ ਸੀ। ਬਾਬਾ ਜੀ ਦੇ 2 ਵਿਆਹ ਹੋਏ ਸਨ। ਪਹਿਲੀ ਪਤਨੀ ਵਿਆਹ ਤੋਂ 1 ਸਾਲ ਬਾਅਦ ਹੀ ਚੱਲ ਵਸੀ ਸੀ। ਉਹਨਾਂ ਵਿੱਚੋਂ ਕੋਈ ਸੰਤਾਨ ਨਹੀਂ ਸੀ। ਦੂਜੇ ਵਿਆਹ ਵਿੱਚੋਂ ਬਾਬਾ ਜੀ ਦੇ 5 ਪੁੱਤਰ ਤੇ 1 ਧੀ ਸੀ। 5ਵਾਂ ਪੁੱਤਰ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ। ਹੁਣ 4 ਪੁੱਤਰ ਤੇ 1 ਧੀ ਮੌਜੂਦ ਹਨ। ਬਾਬਾ ਜੀ ਨੂੰ ਸ਼ੁਰੂ ਤੋਂ ਹੀ ਵਧੀਆ ਕੱਪੜੇ ਪਹਿਨਣ ਦਾ ਸ਼ੌਂਕ ਸੀ। ਉਹ ਬੜੇ ਖੁਸ਼ਪੋਸ਼ ਸਨ। ਉਹ ਬੰਦ ਗਲੇ ਦਾ ਕੋਟ ਤੇ ਸ਼ੁਰੂ ਵਿੱਚ ਸਲਵਾਰ
ਤੇ ਪਿੱਛੋਂ ਪਜਾਮਾ ਪਹਿਨਦੇ ਰਹੇ। ਗਲ ਵਿੱਚ ਸਦਾ ਸਫੈਦ ਦੁਪੱਟਾ ਰੱਖਦੇ। ਸ਼ੁਰੂ ਤੋਂ ਹੀ ਸਫੈਦ ਪੱਗ ਬੰਨ੍ਹਦੇ ਰਹੇ ਤੇ ਪੈਰੀਂ ਸਦਾ ਹੀ ਗੁਰਗਾਬੀ ਪਹਿਨੀ। ਉਹਨਾਂ ਦੀ ਸਮੁੱਚੀ ਡੀਲ ਡੌਲ ਤੇ ਚਿਹਰੇ ਮੂਹਰੇ ਦਾ ਮਿਲਣ ਵਾਲੇ 'ਤੇ ਬੜਾ ਪ੍ਰਭਾਵ ਪੈਂਦਾ ਸੀ। ਉਹਨਾਂ ਦੀ ਸੁਹਿਰਦਤਾ ਹਰ ਮਿਲਣ ਵਾਲੇ ਨੂੰ ਆਕਰਸ਼ਿਤ ਕਰਦੀ ਸੀ। 10 ਜਨਵਰੀ 1954 ਨੂੰ ਦਿਲ ਦਾ ਦੌਰਾ ਪੈਣ ਨਾਲ ਪਟਿਆਲੇ ਵਿੱਚ ਉਹਨਾਂ ਦੀ ਮੌਤ ਹੋ ਗਈ। ਆਖਰੀ ਦਿਨਾਂ ਵਿੱਚ ਅਕਸਰ ਕਿਹਾ ਕਰਦੇ ਸਨ, ਸੇਵਾ ਥੋੜ੍ਹੀ ਮੰਗਣ ਬਹੁਤਾ। ਉਹ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦਾ ਸਦਾ ਸ਼ੁਕਰਾਨਾ ਕਰਦੇ ਰਹਿੰਦੇ। ਐਸ ਅਮੋਲ ਜੀ ਦਾ, ਜਿਨ੍ਹਾਂ ਦੇ ਬਾਬਾ ਜੀ ਨਾਲ ਗੂੜ੍ਹੇ ਨਿੱਜੀ ਸਬੰਧ ਸਨ, ਉਹਨਾਂ ਦੀ ਬਰਸੀ ਸਮੇਂ ਰੋਜ਼ਾਨਾ ਅਜੀਤ ਅਖਬਾਰ ਦੇ 10 ਜਨਵਰੀ 1983 ਦੇ ਪਰਚੇ ਵਿੱਚ ਇੱਕ ਲੇਖ ਛਪਿਆ ਸੀ। ਇਸ ਲੇਖ ਵਿੱਚ ਅਮੋਲ ਜੀ ਨੇ ਬਾਬਾ ਜੀ ਦੇ ਬਾਰੇ ਵਿਚਾਰ ਅੰਕਿਤ ਕੀਤੇ ਹਨ। ਉਹਨਾਂ ਦੀਆਂ ਕਿਤਾਬਾਂ ਆਦਿ ਤੋਂ ਇਲਾਵਾ ਉਹਨਾਂ ਦੇ ਸੁਭਾਅ ਦੇ ਆਪਣੇ 'ਤੇ ਪਏ ਕੁਝ ਪ੍ਰਭਾਵ ਦਰਜ ਕੀਤੇ ਹਨ। ਅਮੋਲ ਜੀ ਲਿਖਦੇ ਹਨ ਕਿ 1938 ਵਿੱਚ ਜਦੋਂ ਬਾਬਾ ਜੀ ਸਿੱਖ ਇਤਿਹਾਸਕਾਰਾਂ ਵਿੱਚ ਆਪਣੇ ਲਈ ਇੱਕ ਉੱਚਾ ਸਥਾਨ ਬਣਾ ਚੁੱਕੇ ਸਨ ਅਤੇ ਜਦੋਂ ਉਹਨਾਂ ਦੀਆਂ ਪੁਸਤਕਾਂ ਸਿੱਖ ਜਗਤ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੀਆਂ ਸਨ, ਤਾਂ ਇਹਨਾਂ ਦੀ ਬਾਬਾ ਜੀ ਨਾਲ ਪਹਿਲੀ ਮੁਲਾਕਾਤ ਅੰਮ੍ਰਿਤਸਰ ਵਿੱਚ ਹੋਈ। ਅਮੋਲ ਜੀ ਲਿਖਦੇ ਹਨ, ਕਿਹਾ ਨਹੀਂ ਜਾ ਸਕਦਾ ਕਿ ਕਿਵੇਂ ਅੰਮ੍ਰਿਤਸਰ ਵਿੱਚ ਇੱਕ ਦਿਨ ਬਾਬਾ ਪ੍ਰੇਮ ਸਿੰਘ ਜੀ ਹਸੂੰ ਕਰਦੇ ਮੇਰੇ ਦਫ਼ਤਰ ਵਿੱਚ ਅਚੇਤ ਹੀ ਮੇਰੇ ਸਾਹਮਣੇ ਆ ਗਏ ਸਨ। ਮੈਂ ਉਹਨਾਂ ਦੀ ਤਸਵੀਰ ਉਹਨਾਂ ਦੀਆਂ ਪੁਸਤਕਾਂ ਵਿੱਚ ਦੇਖੀ ਹੋਈ ਸੀ, ਸੋ ਕਿਸੇ ਪਰਿਚੈ ਦੀ ਲੋੜ ਨਾ ਪਈ ਤੇ ਅਸੀਂ ਇੱਕ ਦੂਜੇ ਦੀ ਗੱਲ ਵਕੜੀ ਵਿੱਚ ਸਾਂ। ਉਹ ਭਰਵੇਂ ਸਰੀਰ, ਸੋਹਣੇ ਖੁੱਲ੍ਹੇ ਦਾੜ੍ਹੇ ਤੇ ਹਸੂੰ ਕਰਦੇ ਪਿਆਰ ਵਰਸਾਉਂਦੇ ਚਿਹਰੇ ਵਾਲੇ 56 ਵਰ੍ਹਿਆਂ ਦੇ ਬਜ਼ੁਰਗ ਤੇ ਮੈਂ 30 ਵਰ੍ਹਿਆਂ ਦਾ ਇੱਕ ਨਿਮਾਣਾ ਜਿਹਾ ਯੁਵਕ। ਮੈਂ ਬੜਾ ਫਖਰ ਪ੍ਰਤੀਤ ਕੀਤਾ ਤੇ ਇਹ ਮਾਣ ਤੇ ਸੰਗਤ ਦੀ ਖੁਸ਼ੀ ਮਾਣਨ ਲਈ ਉਹਨਾਂ ਨੂੰ ਨੇੜੇ ਹੀ ਘਰ ਚੱਲਣ ਦੀ ਬੇਨਤੀ ਕੀਤੀ, ਜੋ ਉਹਨਾਂ ਸੁਭਾਵਕ ਹੀ ਮੰਨ ਲਈ ਤੇ ਪਰਿਵਾਰ ਵਿੱਚ ਅਸਾਂ ਰਲ ਕੇ ਚਾਹ ਪੀਤੀ। ਉਸ ਵੇਲੇ ਜੇ ਮੈਨੂੰ ਪਤਾ ਹੁੰਦਾ ਕਿ ਬਾਬਾ ਜੀ ਹੋਤੀ ਦੇ ਨਵਾਬ ਦੇ ਕਾਰ ਮੁਖਤਾਰ ਜਗੀਰਦਾਰ ਤੇ ਅਨੇਕ ਕੰਮਾਂ ਵਾਲੇ ਇੱਕ ਤਰ੍ਹਾਂ ਦੇ ਵਜ਼ੀਰ ਹੀ ਸਨ, ਤਾਂ ਸ਼ਾਇਦ ਇਹ ਬੇਨਤੀ ਕਰਨ ਦਾ ਵੀ ਇੱਕ ਗਰੀਬ ਅਧਿਆਪਕ ਜਾਂ ਐਡੀਟਰ ਹੌਸਲਾ ਨਾ ਕਰਦਾ, ਕਿਉਂਕਿ ਉਹ ਮੈਨੂੰ ਵੀ ਤ੍ਰੈਮਾਸਿਕ ਲਿਖਾਰੀ ਦੇ ਸੰਪਾਦਕ ਹੋਣ ਕਰਕੇ ਹੀ ਮਿਲਣ ਆ ਗਏ ਸਨ। ਉਸ ਦਿਨ ਤੋਂ ਸਾਡੇ ਘਰ ਵਿੱਚ ਬਾਬਾ ਜੀ ਦਾ ਨਾਂ ਹੀ ਮਿੱਠੇ ਬਾਬਾ ਜੀ ਪੈ ਗਿਆ, ਕਿਉਂਕਿ ਮੈਂ ਤੇ ਮੇਰੀ ਪਤਨੀ ਉਹਨਾਂ ਦੀ ਮਿੱਠੀ ਬੋਲ ਚਾਲ ਤੇ ਪਿਆਰ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਅੱਗੇ ਜਾ ਕੇ ਅਮੋਲ ਸਾਹਿਬ ਲਿਖਦੇ ਹਨ ਕਿ ਬਾਬਾ ਜੀ ਕਦੇ ਅੰਮ੍ਰਿਤਸਰ ਮੇਰੇ ਘਰ ਆ ਕੇ ਮੈਨੂੰ ਨਵਾਜ਼ਦੇ ਰਹੇ। ਇੱਕ ਵਾਰੀ ਤਾਂ ਮੇਰੀ ਬਿਮਾਰੀ ਸੁਣ ਕੇ ਮੇਰਾ ਹਾਲ ਚਾਲ ਪੁੱਛਣ ਲਈ ਆਏ। ਇਸ ਪਿੱਛੋਂ ਕਈ ਸਾਲ ਸਾਨੂੰ ਹੋਤੀ ਮਰਦਾਨ ਤੋਂ ਕਾਜੂ, ਬਦਾਮ, ਸੌਗੀ ਆਦਿ ਰਲਾ ਕੇ ਬਣਾਈਆਂ ਚਿੱਟੇ ਗੁੜ ਦੀਆਂ ਨਿੱਕੀਆਂ ਰਿਓੜੀਆਂ ਭੇਜਦੇ ਰਹੇ ਜਾਂ ਲੈ ਕੇ ਆਉਂਦੇ ਰਹੇ ਤੇ ਮਿਲਦੇ ਰਹੇ। ਇੱਕ ਪਹਿਲੀ ਵਾਰ ਉਹਨਾਂ ਦੱਸਿਆ ਕਿ ਆਪਣੇ ਫਾਰਮ ਦੇ ਗੰਨੇ ਤੋਂ ਹੀ ਗੁੜ ਬਣਵਾਇਆ ਹੈ। ਇਸ ਲਈ ਸਾਡੇ ਸਾਰੇ ਪਰਿਵਾਰ ਵਿੱਚ ਉਹਨਾਂ ਦਾ ਨਾਂ ਗੁੜ ਵਰਗੇ ਮਿੱਠੇ ਬਾਬਾ ਜੀ ਹੁਣ ਤੱਕ ਯਾਦ ਹਨ। ਅਮੋਲ ਜੀ ਦੀਆਂ ਇਹਨਾਂ ਸਾਰੀਆਂ ਗੱਲਾਂ ਤੋਂ ਬਾਬਾ ਜੀ ਦੇ ਸੁਭਾਅ ਸੰਬੰਧੀ ਬੜੀ ਦਿਲਚਸਪ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਉਹ ਖੁਸ਼ ਮਿਜ਼ਾਜ, ਮਿੱਠ ਬੋਲੜੇ ਤੇ ਮਿੱਤਰਾਂ ਅਤੇ ਸਨੇਹੀਆਂ ਨਾਲ ਡੂੰਘਾ ਪਿਆਰ ਕਰਨ ਵਾਲੇ ਸਨ। ਬਾਬਾ ਜੀ ਦਾ ਹਿਰਦਾ ਦੂਜਿਆਂ ਲਈ ਸਦਾ ਹਮਦਰਦੀ ਨਾਲ ਭਰਪੂਰ ਰਹਿੰਦਾ ਸੀ ਤੇ ਮਾਨਸਿਕ ਕਸ਼ਟ ਸਮੇਂ ਜਿੰਨਾ ਧੀਰਜ ਤੇ ਦਿਲਾਸਾ ਲੋਕਾਂ ਨੂੰ ਉਹ ਦੇ ਸਕਦੇ ਸਨ, ਉਹਨਾਂ ਸ਼ਾਇਦ ਹੀ ਕੋਈ ਦੇ ਸਕਦਾ ਹੋਵੇ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਲੜਕੀ ਦੀ ਕਿਰਿਆ ਵੇਲੇ ਕਿਹਾ ਸੀ ਕਿ ਉਸ ਦੁੱਖ ਸਮੇਂ ਬਾਬਾ ਜੀ ਵੱਲੋਂ ਬਾਣੀ ਤੇ ਇਸ ਦੇ ਭਾਵ ਸਮਝਾਉਣ ਨਾਲ ਜਿੰਨਾ ਉਹਨਾਂ ਦਾ ਮਨ ਤਕੜਾ ਹੋਇਆ ਸੀ, ਉਹਨਾਂ ਹੋਰ ਕਿਸੇ ਤਰ੍ਹਾਂ ਨਹੀਂ ਸੀ ਹੋਇਆ। ਬਾਬਾ ਜੀ ਆਪਣੇ ਸਪਰਸ਼ ਅਤੇ ਵਿਚਾਰਾਂ ਨਾਲ ਲੋਕਾਂ ਦੇ ਜੀਵਨ ਪਲਟਾ ਕੇ ਰੱਖ ਦਿੰਦੇ ਸਨ। ਸ੍ਰੀ ਅਮੋਲ ਜੀ ਲਿਖਾਰੀ ਰਸਾਲਾ ਦੇ ਵਾਰਤਕ ਲੇਖਕ ਨੰਬਰ ਅਪ੍ਰੈਲ-ਮਈ 1942 ਵਿੱਚ ਲਿਖਦੇ ਹਨ ਕਿ ਆਪ ਪੰਜਾਬੀ ਭਾਸ਼ਾ ਦੇ ਸੇਵਕਾਂ ਦੀ ਵੱਧ ਤੋਂ ਵੱਧ ਮਾਇਕ ਸਹਾਇਤਾ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਆਪ ਬੜੇ ਵੱਡੇ ਅਤੇ ਉੱਚੇ ਦਿਲ ਦੇ ਮਾਲਕ ਹਨ ਤੇ ਮੇਰੇ ਤਜਰਬੇ ਵਿੱਚ ਅੱਜ ਤੱਕ ਏਡੇ ਉੱਚੇ ਜੀਵਨ ਅਤੇ ਨਿਰਮਾਣਤਾ ਵਿੱਚ ਰਹਿਣ ਵਾਲਾ ਵਿਅਕਤੀ ਵੇਖਣ ਵਿੱਚ ਨਹੀਂ ਆਇਆ। ਬਾਬਾ ਪ੍ਰੇਮ ਸਿੰਘ ਜੀ ਚੰਗੇ ਬਾਰ-ਸੂਖ ਅਤੇ ਰੱਜੇ ਪੁੱਜੇ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਮਰ ਭਰ ਬੜੇ ਚੰਗੇ ਅਹੁਦੇ 'ਤੇ ਕੰਮ ਕਰਦੇ ਰਹੇ। ਇਸ ਲਈ ਉਹਨਾਂ ਜੀਵਨ ਵਿੱਚ ਕਦੇ ਤੰਗੀ ਨਹੀਂ ਵੇਖੀ।
ਪਰ ਗਰੀਬਾਂ ਦੇ ਦੁੱਖਾਂ ਉੱਤੇ ਉਹ ਤੁਰੰਤ ਦਰਵ ਜਾਂਦੇ। ਜੋ ਕੁਝ ਸੰਭਵ ਹੁੰਦਾ ਉਹਨਾਂ ਲਈ ਕਰਦੇ। ਇਹ ਉਹਨਾਂ ਦੇ ਸੁਭਾਅ ਦਾ ਇੱਕ ਗੁਣ ਸੀ ਕਿ ਜਿਸ ਕੰਮ ਨੂੰ ਵੀ ਉਹ ਕਰਨਾ ਲੋੜਦੇ ਉਸ ਨੂੰ ਚੰਗੇ ਤੋਂ ਚੰਗੇ ਢੰਗ ਨਾਲ ਨਿਭਾਉਣ ਲਈ ਆਪਣਾ ਤਾਣ ਲਾ ਦਿੰਦੇ। ਜੇ ਕਿਸੇ ਸਮੱਗਰੀ ਦੀ ਖੋਜ ਪਿੱਛੇ ਪੈਂਦੇ ਤਾਂ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਨਾ ਉਹ ਸੈਂਕੜੇ ਮੀਲਾਂ ਦੇ ਸਫ਼ਰ ਤੋਂ ਘਬਰਾਉਂਦੇ ਤੇ ਨਾ ਹੀ ਪੈਸਿਆਂ ਦਾ ਖਰਚ ਉਹਨਾਂ ਨੂੰ ਆਪਣੇ ਮਿਸ਼ਨ ਦੀ ਪੂਰਤੀ ਤੋਂ ਰੋਕ ਸਕਦਾ। ਪੈਸੇ ਲਈ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ। ਉਹ ਆਪਣੀਆਂ ਪੁਸਤਕਾਂ ਲਈ ਮਸਾਲਾ ਇਕੱਠਾ ਕਰਨ ਵਾਸਤੇ ਪਾਣੀ ਦੀ ਤਰ੍ਹਾਂ ਪੈਸਾ ਰੋੜਾਉਂਦੇ। ਜੇ ਕਿਸੇ ਲੜਾਈ ਦਾ ਵਰਣਨ ਕਰਨਾ ਚਾਹੁੰਦੇ ਤਾਂ ਉਹ ਅਸਲ ਰਣ ਭੂਮੀ ਵਿੱਚ ਪੁੱਜ ਕੇ ਉਸ ਧਰਤੀ ਵਿੱਚੋਂ ਲੜਾਈ ਦੇ ਨਿਸ਼ਾਨ ਭਾਲਦੇ। ਉਸ ਮੈਦਾਨੇ ਜੰਗ ਵਿੱਚ ਉਤਸ਼ਾਹ ਲੈਂਦੇ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਕਿਸੇ ਇਤਿਹਾਸਕ ਘਟਨਾ ਬਾਰੇ ਕਿਸੇ ਫਲਾਣੇ ਆਦਮੀ ਨੂੰ ਨਿੱਜੀ ਤੌਰ 'ਤੇ ਕੋਈ ਜਾਣਕਾਰੀ ਪ੍ਰਾਪਤ ਹੈ ਤਾਂ ਉਹ ਤੁਰੰਤ ਉਸ ਵਿਅਕਤੀ ਪਾਸ ਜਾ ਪੁੱਜਦੇ। ਫਰੰਟੀਅਰ ਦੇ ਇਲਾਕੇ ਦਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਠਾਣਾਂ ਅਤੇ ਸਿੱਖਾਂ ਵਿਚਕਾਰ ਬਹੁਤ ਸਾਰੀਆਂ ਲੜਾਈਆਂ ਹੋਈਆਂ ਸਨ, ਬਾਬਾ ਜੀ ਨੇ ਚੱਪਾ ਚੱਪਾ ਛਾਣ ਮਾਰਿਆ। ਉਹਨਾਂ ਨੇ ਪੁਰਾਣੇ ਥਿਆਂ, ਪੁਰਾਣੇ ਕਿਲ੍ਹਿਆਂ ਅਤੇ ਪੁਰਾਣੀਆਂ ਯਾਦਗਾਰਾਂ ਦੀਆਂ ਤਸਵੀਰਾਂ ਲਈਆਂ ਤੇ ਆਪਣੀਆਂ ਕਿਤਾਬਾਂ ਵਿੱਚ ਛਾਪੀਆਂ। ਬਾਬਾ ਜੀ ਦੇ ਸੁਭਾਅ ਵਿੱਚ ਅੱਤ ਦਰਜੇ ਦੀ ਨਿਮਰਤਾ ਸੀ। ਉਹ ਸਦਾ ਆਪਣੇ ਆਪ ਨੂੰ ਪੰਥ ਦਾ ਇੱਕ ਅਦਨਾ ਸੇਵਕ ਸਮਝਦੇ ਸਨ ਅਤੇ ਪੰਥ ਲਈ ਆਪਣੀਆਂ ਸੇਵਾਵਾਂ ਨੂੰ ਆਪਣੇ ਲਈ ਧਨ ਭਾਗ ਸਮਝਦੇ ਸਨ। ਉਹਨਾਂ ਦੇ ਖਿਆਲ ਵਿੱਚ ਬੜੀ ਸਪਸ਼ਟਤਾ ਸੀ। ਉਹ ਆਪਣੇ ਵਿਚਾਰ ਬੜੇ ਸੁੰਦਰ ਢੰਗ ਨਾਲ ਦੂਜਿਆਂ ਤੱਕ ਪਹੁੰਚਾ ਸਕਦੇ ਸਨ। ਗੁਰਮਤਿ ਦੀ ਸਿੱਖਿਆ, ਸਿੱਖ ਮਤ ਦੇ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਬਾ ਜੀ ਦੇ ਧੁਰ ਅੰਦਰ ਉਤਰ ਗਈ ਸੀ। ਉਹ ਸਦਾ ਸਿੱਖ ਮਰਜ਼ਾਦਾ ਅਨੁਸਾਰ ਜੀਵਨ ਜਿਉਂਦੇ ਰਹੇ ਅਤੇ ਉਹਨਾਂ ਦੇ ਕਥਨੀ ਅਤੇ ਕਰਨੀ ਵਿੱਚ ਕਦੇ ਮਤ ਭੇਦ ਨਹੀਂ ਸੀ। ਉਹਨਾਂ ਦੇ ਖਿਆਲਾਂ ਦੀ ਅਡੋਲਤਾ ਤੇ ਦ੍ਰਿੜਤਾ ਉਹਨਾਂ ਦੇ ਸਰੋਤਿਆਂ 'ਤੇ ਬੜਾ ਡੂੰਘਾ ਪ੍ਰਭਾਵ ਪਾਉਂਦੀ ਸੀ। ਬਾਬਾ ਜੀ ਦੇ ਅੰਦਰ ਨਿਰਛਲ, ਨਿਰਕਪਟ ਤੇ ਇੱਕ ਅੱਤ ਸੁਲਝਿਆ ਹੋਇਆ ਹਿਰਦਾ ਸੀ, ਜਿਸ ਦਾ ਪ੍ਰਗਟਾਵਾ ਉਹਨਾਂ ਦੀਆਂ ਲਿਖਤਾਂ ਵਿੱਚ ਥਾਂ ਥਾਂ ਤੋਂ ਹੁੰਦਾ ਹੈ। ਭਾਵੇਂ ਬਾਬਾ ਜੀ ਪੂਰਨ ਗੁਰਸਿੱਖ ਤੇ ਸਿੱਖੀ ਦੇ ਜਜ਼ਬੇ ਨਾਲ ਲਬਰੇਜ਼ ਤੇ ਸਦਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਚਾਹਵਾਨ ਸਨ, ਪਰ ਦੂਜੇ ਧਰਮਾਂ ਪ੍ਰਤੀ ਉਹਨਾਂ ਅੰਦਰ ਭਰਪੂਰ ਸਤਿਕਾਰ ਸੀ। ਉਹਨਾਂ ਕਦੇ ਕਿਸੇ ਧਰਮ ਨੂੰ ਨਹੀਂ ਨਿੰਦਿਆ ਤੇ ਨਾ ਹੀ ਸਿੱਖ ਮਤ ਨਾਲ ਕਿਸੇ ਧਰਮ ਦਾ ਮੁਕਾਬਲਾ ਕਰਕੇ ਉਸ ਧਰਮ ਨੂੰ ਛੁਟਿਆਇਆ ਹੈ। ਉਹ ਪੂਰਨ ਸਿੱਖ ਰਹਿੰਦਿਆਂ ਹੋਇਆਂ ਇੱਕ ਮੁਸਲਮਾਨ ਨਵਾਬ ਦੇ ਸਭ ਤੋਂ ਵੱਧ ਭਰੋਸੇਯੋਗ ਅਧਿਕਾਰੀ ਸਨ ਤੇ 45 ਸਾਲ ਤੱਕ ਨਵਾਬ ਹੋਤੀ ਮਰਦਾਨ ਦੇ ਮੁਖਤਾਰ ਵਜੋਂ ਕੰਮ ਕਰਦੇ ਰਹੇ। ਘਰੇਲੂ ਤੇ ਗ੍ਰਸਤੀ ਮਾਮਲਿਆਂ ਵਿੱਚ ਵੀ ਸਦਾ ਉਹਨਾਂ ਦੀ ਸਲਾਹ ਲਈ ਜਾਂਦੀ ਰਹੀ। ਇਹ ਉਹਨਾਂ ਦੀ ਉੱਚੀ ਸ਼ਖਸੀਅਤ ਦਾ ਚਮਤਕਾਰ ਸੀ। ਸ੍ਰੀ ਗੁਰੂ ਅਮਰਦਾਸ ਜੀ ਦਾ ਨਿਮਨ ਲਿਖਤ ਬੰਸਾਵਲੀਨਾਮਾ ਪੰਥਕ ਪ੍ਰੈਸ ਅੰਮ੍ਰਿਤਸਰ ਦੁਆਰਾ ਛਾਪੇ ਸ਼ਿਜਰਾ ਨੰਬਰ 1 ਅਨੁਸਾਰ ਹੈ, ਜੋ ਸ੍ਰੀ ਗੁਰੂ ਅਮਰਬੰਸ ਜਥਾ ਨੇ 1 ਮਈ 1934 ਨੂੰ ਛਪਵਾਇਆ ਸੀ। ਇਹ ਸਿਜਰਾ ਮੈਨੂੰ ਸਰਦਾਰ ਮਨਮੋਹਨ ਸਿੰਘ ਸਪੁੱਤਰ ਬਾਬਾ ਪ੍ਰੇਮ ਸਿੰਘ ਜੀ ਤੋਂ ਪ੍ਰਾਪਤ ਹੋਇਆ ਹੈ। ਇੱਥੇ ਕੇਵਲ ਉਸੇ ਘਰਾਣੇ ਨੂੰ ਲਿਆ ਗਿਆ ਹੈ ਜੋ ਬਾਬਾ ਪ੍ਰੇਮ ਸਿੰਘ ਜੀ ਨਾਲ ਸੰਬੰਧਿਤ ਹੈ। ਗੁਰੂ ਅਮਰਦਾਸ ਜੀ ਦੇ 2 ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ। ਬਾਬਾ ਮੋਹਨ ਜੀ ਦੇ ਵੰਸ਼ ਦਾ ਕਰਮਵਾਰ ਵੇਰਵਾ ਇਉਂ ਹੈ। ਨੰਬਰ 1 ਬਾਬਾ ਮੋਹਨ ਜੀ, ਨੰਬਰ 2 ਸਹਾਂਸਰ ਦਾਸ, ਨੰਬਰ 3 ਰਾਮ ਜੀ, ਨੰਬਰ 4 ਪਸ਼ੌਰੀ ਮਲ, ਨੰਬਰ 5 ਕਿਰਪਾ ਚੰਦ, ਨੰਬਰ 6 ਪ੍ਰਤਾਪ ਚੰਦ, ਨੰਬਰ 7 ਅਰੂੜ ਮਲ, ਨੰਬਰ 8 ਵਸਤੀ ਰਾਮ, ਨੰਬਰ 9 ਜਵਾਰ ਸਿੰਘ, ਨੰਬਰ 10 ਗੁਰਬਖਸ਼ ਸਿੰਘ, ਨੰਬਰ 11 ਕਾਹਨ ਸਿੰਘ, ਨੰਬਰ 12 ਗੰਡਾ ਸਿੰਘ, ਨੰਬਰ 13 ਪ੍ਰੇਮ ਸਿੰਘ ਤੇ ਨੰਬਰ 14 ਮਨਮੋਹਨ ਸਿੰਘ। ਤੁਸੀਂ ਸੁਣ ਰਹੇ ਸੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦਾ ਜੀਵਨ। ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀਵਨ ਤੇ ਰਚਨਾ, ਲੇਖਕ ਭਗਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।